सत श्री अकाल। तुसीं लोकराण चैनल पंजाबी देख रहे हो। मैं तुहाडे नाल सुखविंदर सिंह। मेरे नाल इस वेले सियासी माहर मालविंदर सिंह माली मौजूद ने। अज सुप्रीम कोर्ट दे विच किसानां दे मसले दे उत्ते खेती कानूनां दे उत्ते सुनवाई होनी है। किसान भी अपना कुछ पक्ष रखण दी कोशिश करनगे। इस सब दे विचाले बीजेपी दे नाल की कुछ हो रहा है जां बीजेपी दे मन दे अंदर की कुछ चल रहा है, बीजेपी की चाहुंदी है, कुछ गल्लां मन लो कुछ मनवा लो, इहो जिहियां जिहड़ियां सलाहां ने वो कई लोकां वल्लों सोशल मीडिया जरिए भी दित्तियां जा रही हैं। किसानां तक भी पहुंच की जा रही है। किसानां नूं कहा जा रहा है कि तुसीं सूबियां दे विच जाके पोल खोल रैलियां करो, जिद्दां ये सियासी लोग एक दूजे दे उत्ते इल्जामबाजी करदे ने, इदां तुसीं भी इन्हां दीयां पोलां खोलो। एक एक जिहड़ा वो मद जिहड़ी है खेती कानूनां दी वो शहरियां तक, आम लोकां तक, हर बच्चे तक पहुंचाओ। हालांकि सारा कुछ जिहड़ा सब नूं पता ही है कि खेती कानूनां नूं लैके किस तरह की जंग जिहड़ी है सरकार अते किसानां दे विचाले चल रही है। हुण जो कुछ चर्चावां चल रही ने उन्हां उत्ते असीं चर्चा करांगे। माली साहब तुहाडा स्वागत है लोकराण ते। सत श्री अकाल जी। जी माली साहब, सब तो पहला आपां सुप्रीम कोर्ट तो ही शुरू करते हैं। सुप्रीम कोर्ट दे विच सुनवाई है, तुहानूं की लगदा है कि किस तरह का पक्ष जां किस तरह का फैसला जां की कुछ हो सकदा उत्थे, किवें किसान जिहड़े ने वो अपनी गल उत्थे रखण जिहदे नाल किते ना किते फायदा जिहड़ा खेती कानूनां नूं लैके जिवें किसान कहंदे ने कि रद्द होण उत्थे हो सके? नहीं, ਉਹ ਪਹਿਲੀ ਗੱਲ ਤੇ ਹੈ ਨਾ ਜੀ, ਸਾਨੂੰ ਇਹ ਸਮਝਣ ਦੀ ਲੋੜ ਆ ਵੀ ਸੁਪਰੀਮ ਕੋਰਟ ਦੇ ਵਿੱਚ ਇਹ ਮਸਲਾ ਕਿਹੜੇ-ਕਿਹੜੇ ਪੱਖਾਂ ਤੋਂ ਵਿਚਾਰਿਆ ਜਾਣਾ। ਸੁਪਰੀਮ ਕੋਰਟ ਦੇ ਦੋ ਤਰ੍ਹਾਂ ਦੇ ਅਧਿਕਾਰ ਨੇ। ਇੱਕ ਤਾਂ ਇਹ ਆ ਵੀ ਉਹ ਸੂਮੋਟੋ ਨੋਟਿਸ ਲੈ ਲੇ, ਆਪਦੇ ਆਪ ਕੋਈ ਇਹੋ ਜਿਹੀ ਘਟਨਾ ਵਾਪਰ ਰਹੀ ਆ, ਇਹੋ ਜਿਹਾ ਅੰਦੋਲਨ ਆ ਰਿਹਾ, ਉਹਨੂੰ ਕੋਈ ਗੱਲਾਂ ਲੱਗਦੀਆਂ ਨੇ, ਉਹਨਾਂ ਦਾ ਆਪਦੇ ਆਪ ਨੋਟਿਸ ਲੈ ਲੇ। ਦੂਜਾ ਇਹ ਆ ਵੀ ਕੋਈ ਬੰਦੇ ਚਲੇ ਜਾਣ ਉੱਥੇ ਕਿਸੇ ਮਸਲੇ ਬਾਰੇ, ਉਹਨਾਂ ਦੀ ਰਿਟ ਸੁਣੇ। ਤੀਜਾ ਹੈਗਾ ਜਦੋਂ ਕਿਸੇ ਕਾਨੂੰਨ ਬਾਰੇ ਸੁਪਰੀਮ ਕੋਰਟ ਨੇ ਕੋਈ ਫੈਸਲਾ ਕਰਨਾ, ਉਦੋਂ ਬਕਾਇਦਾ ਉੱਥੇ ਰਿਟ ਪਟੀਸ਼ਨ ਦਾਖਲ ਕੀਤੀ ਜਾਣੀ ਹੁੰਦੀ ਹੈ ਤੇ ਉਹਦੇ ਬਕਾਇਦਾ ਸੁਣਵਾਈ ਹੋਣੀ ਹੁੰਦੀ ਹੈ। ਸੋ ਇਹ ਸੁਪਰੀਮ ਕੋਰਟ ਦੇ ਵਿੱਚ ਖੇਤੀ ਕਾਨੂੰਨ ਠੀਕ ਨੇ, ਗਲਤ ਨੇ, ਵਾਪਸ ਲੈ ਜਾਣੇ ਚਾਹੀਦੇ ਨੇ ਜਾਂ ਨਹੀਂ ਜਾਣੇ ਚਾਹੀਦੇ, ਇਹ ਮੁੱਦਾ ਨਹੀਂ ਹੈ। ਬਿਲਕੁਲ ਸੁਪਰੀਮ ਕੋਰਟ ਦੇ ਸਾਹਮਣੇ ਮੁੱਦਾ ਵੀ ਇਸ ਅੰਦੋਲਨ ਨਾਲ ਜੋ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ, ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਨੇ, ਉਹਨਾਂ ਨੂੰ ਹੱਲ ਕਰਨ ਲਈ ਕੀ ਸਰਕਾਰ ਨੂੰ ਜਾਂ ਅੰਦੋਲਨਕਾਰੀਆਂ ਨੂੰ ਕੋਈ ਨਿਰਦੇਸ਼ ਦੇ ਸਕਦੀ ਹੈ? ਇਹਦਾ ਘੇਰਾ ਸਿਰਫ ਇਸ ਤੱਕ ਆ, ਇਸ ਕਰਕੇ ਇਹਨੂੰ ਬੜਾ ਵੱਡਾ ਵਧਾ ਕੇ ਨਹੀਂ ਦੇਖਣਾ ਚਾਹੀਦਾ। ਬਿਲਕੁਲ ਬਿਲਕੁਲ। ਸੋ ਇਸ ਪੱਖੋਂ ਸੁਪਰੀਮ ਕੋਰਟ ਦੇ ਵਿੱਚ ਕਿਸਾਨਾਂ ਨੇ ਤਾਂ ਇਹ ਕਿਹਾ ਵੀ ਸਰਕਾਰ ਨੇ ਕਾਨੂੰਨ ਬਣਾਏ ਨੇ, ਸਾਡੀ ਸਰਕਾਰ ਨਾਲ ਲੜਾਈ ਆ, ਇਹਦੇ ਵਿੱਚ ਸੁਪਰੀਮ ਕੋਰਟ ਦਾ ਕੋਈ ਦਖਲ ਨਹੀਂ। ਜੇ ਸੁਪਰੀਮ ਕੋਰਟ ਕੋਈ ਅਜਿਹਾ ਹੁਕਮ ਦਊ ਜਿਹੜਾ ਸਾਡੇ ਅੰਦੋਲਨ ਨੂੰ ਢਾਹ ਲਾਉਣ ਵਾਲਾ ਹੋਊ, ਸਾਡਾ ਦਬਾਅ ਘੱਟ ਕਰਨ ਵਾਲਾ ਹੋਊ, ਅਸੀਂ ਉਹ ਹੁਕਮ ਨਹੀਂ ਮੰਨਾਂਗੇ। ਤੇ ਕਿਸਾਨਾਂ ਦੇ ਕਹਿਣਾ ਕੋਈ ਗਲਤ ਨਹੀਂ। ਤੁਸੀਂ ਪਹਿਲਾਂ ਦੇਖੋ, ਕਰਨਾਟਕ ਵਿਧਾਨ ਸਭਾ ਨੂੰ ਸੁਪਰੀਮ ਕੋਰਟ ਨੇ ਕਿੰਨੇ ਹੁਕਮ ਦਿੱਤੇ, ਪਾਣੀ ਐ ਕਰ ਲੋ, ਇਹ ਕਰ ਲੋ, ਉਹ ਕਰ ਲੋ, ਕਹਿੰਦੇ ਨਹੀਂ ਮੰਨਦੇ। ਬਿਲਕੁਲ। ਇਸ ਕਰਕੇ ਸੁਪਰੀਮ ਕੋਰਟ ਦਾ ਆਪਣਾ ਇੱਕ ਦਾਇਰਾ। ਦੂਜੀ ਵੱਡੀ ਗੱਲ ਇਹ ਆ ਵੀ ਸੁਪਰੀਮ ਕੋਰਟ ਦਾ ਪ੍ਰਭਾਵ ਆ ਜਿਹੜਾ ਬਹੁਤ ਖੁਰਿਆ ਹੋਇਆ ਪਿਛਲੇ ਸਮੇਂ। ਇੱਕ ਇਹ ਗੱਲ ਇੰਨੀ ਐਸਟੈਬਲਿਸ਼ ਹੋ ਗਈ ਵੀ ਸੁਪਰੀਮ ਕੋਰਟ ਆ ਜਿਹੜੀ, ਉਹਨੇ ਹਮੇਸ਼ਾ ਹੀ ਹੁਣ ਕੇਂਦਰ ਸਰਕਾਰ ਦੇ ਪੱਖ ਦੇ ਵਿੱਚ ਡੱਕਾ ਸੁੱਟਣਾ ਇੱਕ ਜਾਂ ਦੂਜੇ ਤਰੀਕੇ ਨਾਲ, ਫੈਸਲਿਆਂ ਦੇ ਵਿੱਚ ਵੀ ਹੋ ਗਈ, ਹਦਾਇਤਾਂ ਦੇ ਵਿੱਚ ਵੀ ਹੋ ਗਈ। ਬਾਕੀ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਇਹ ਕਹਿੰਦੇ ਆ ਹੁਣ ਖੇਤੀ ਕਾਨੂੰਨ ਬਾਰੇ ਸੁਣਵਾਈ ਕਰਨਗੇ। ਜੰਮੂ ਕਸ਼ਮੀਰ ਦਾ ਇੱਕ ਕਾਨੂੰਨ ਰੱਦ ਕੀਤਾ, ਉਹ ਖੁੱਲੀ ਜੇਲ੍ਹ 'ਚ ਬਦਲਿਆ ਹੋਇਆ, ਹਾਲੇ ਤੱਕ ਉਹਦੀ ਹੀਅਰਿੰਗ ਸ਼ੁਰੂ ਨਹੀਂ ਹੋਈ। ਸੋ ਕਾਨੂੰਨ ਦੇ ਪੱਖੋਂ, ਇਨਸਾਫ ਲੈਣ ਦੇ ਪੱਖੋਂ ਹੁਣ ਜਿਹੜੇ ਵੱਡੇ ਮਸਲੇ ਨੇ ਉਹਨਾਂ ਵਿੱਚ ਲੋਕਾਂ ਨੂੰ ਬਾਹਲੀ ਆਸ ਨਹੀਂ ਰਹੀ ਸੁਪਰੀਮ ਕੋਰਟ ਤੇ। ਸੋ ਦੂਜੀ ਗੱਲ, ਪੱਖ ਬਾਰੇ ਸੁਪਰੀਮ ਕੋਰਟ ਕੁਛ ਨਾ ਕੁਛ ਕਹਿ ਸਕਦੀ ਹੈ, ਚਾਹੇ ਕਰੋਨਾ ਦਾ ਬਹਾਨਾ ਬਣਾਵੇ, ਪੋਲਿਊਸ਼ਨ ਦਾ ਬਹਾਨਾ ਬਣਾਵੇ, ਆਵਾਜਾਈ 'ਚ ਵਿਘਨ ਦਾ ਬਹਾਨਾ ਬਣਾਵੇ, ਉਹਦੇ ਦੇਖਦੇ ਕੀ ਫੈਸਲਾ ਦਿੰਦੀ ਹੈ ਤੇ ਜਥੇਬੰਦੀਆਂ ਕੀ ਕਰਦੀਆਂ ਨੇ। ਨਾਲੇ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਤਾਂ ਫਿਰ ਸਰਕਾਰ ਨਹੀਂ ਕਰਨਾ ਨਾ। ਬਿਲਕੁਲ ਬਿਲਕੁਲ ਬਿਲਕੁਲ। ਉਹਦਾ ਅਸਰ ਜਿਹੜਾ ਕਿਤੇ ਨਾ ਕਿਤੇ ਉਹ 15 ਦੀ ਮੀਟਿੰਗ, ਜਿਵੇਂ 15 ਨੂੰ ਮੀਟਿੰਗ ਹੋਣੀ ਆ, ਉਹ ਤੇ ਜ਼ਬਰਦਸਤੀ ਕਿਸਾਨਾਂ ਤੇ ਕੋਈ ਫੈਸਲਾ ਲਾਗੂ ਕਰ ਸਕੇ। ਜੀ ਜੀ ਬਿਲकुल। अच्छा, दूजे पासे हुण जे आपां बीजेपी नूं समझीए, जिवें हुण बीजेपी दे सुरजीत कुमार जियाणी भी ये गल कहंदे ने कि सूबियां दे उत्ते जे फैसला छड्ड दित्ता जांदा तां इतराज़ की है किसान जथेबंदियां नूं, कि वो सिर्फ सियासी रोटियां सेकना चाहुंदे ने? इहनूं तुसीं किद्दां देखदे हो जदों ये गल कहंदे ने कि सूबियां दे उत्ते ये फैसला छड्ड दित्ता जांदा है कि वो आपे फैसला लै लैण खेती कानूनां नूं लैके? यही तो सवाल है जी सब तो वड्डा। गल तां है भी सूबियां नूं जिहड़ा फैसला लैण दा हक सी, वो तुसीं खोहिआ। ਜਿਹੜਾ ਸੂਬਿਆਂ ਨੂੰ ਤੁਸੀਂ ਕਹਿੰਦੇ ਉਹਨਾਂ ਤੇ ਫੈਸਲਾ ਛੱਡ ਦਿੱਤਾ ਜਾਂਦਾ, ਜਿਹਦਾ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਵੀ ਹੱਕ ਤਾਂ ਸਾਡਾ ਫੈਸਲਾ ਕਰਨ ਦਾ, ਅਸੀਂ ਜੋ ਕਰੀਏ ਨਾ ਕਰੀਏ ਉਹ ਤਾਂ ਸਾਡੀ ਮਰਜ਼ੀ ਆ, ਪਰ ਚਲੋ ਅਸੀਂ ਅੱਗੇ ਅਧਿਕਾਰ ਦੇ ਦਿੰਦੇ ਉਹਨਾਂ ਨੂੰ, ਉਹ ਗਾਹਾਂ ਕੀ ਕਰਨਾ ਨਹੀਂ ਕਰਨਾ ਇਹ ਤਾਂ ਦਲੀਲ ਹੈ ਬਹੁਤ ਥੋਥੀ ਆ। ਤੁਹਾਡੇ ਕੋਲੇ ਜਦੋਂ ਇਹ ਅਧਿਕਾਰ ਹੈ ਨਹੀਂ, ਤੁਸੀਂ ਅਧਿਕਾਰ ਹੈ ਗੈਰ ਸੰਵਿਧਾਨਕ ਤੌਰ ਤੇ ਹੜੱਪਿਆ, ਉਹਦੇ ਬਾਰੇ ਤੁਸੀਂ ਦਲੀਲ ਨਾਲ ਗੱਲ ਕਰੋ, ਉਹਦੇ ਬਹਿਸ ਕਰੋ, ਚਰਚਾ ਕਰੋ, ਕਿਉਂਕਿ ਲੈ ਦੇ ਦਾ ਮਸਲਾ ਥੋੜੋ ਆ ਜੀ। ਇਹ
ਇੱਕ ਕਾਨੂੰਨ ਦਾ ਮਸਲਾ, ਸੰਵਿਧਾਨ ਦਾ ਮਸਲਾ, ਉਹਦੇ ਵਿੱਚ ਤੁਸੀਂ ਜਿਹੜੀ ਆਪਾਂ ਗਲਤੀ ਕੀਤੀ ਆ, ਪਹਿਲਾਂ ਸੂਬਿਆਂ ਨੂੰ ਹੱਕ ਖੋਹਿਆ, ਜਿਹਦੀਆਂ ਅਰਥ ਸੰਭਾਵਨਾਵਾਂ ਸਾਹਮਣੇ ਆ ਗਈਆਂ ਵੀ ਇਸੇ ਰੂਪ ਚ ਇੱਕ ਦੇਸ਼ ਦੇ ਵਿੱਚ ਇੱਕ ਦੇਸ਼, ਇੱਕ ਖੇਤੀ ਤੇ ਇੱਕ ਕਾਨੂੰਨ ਨਹੀਂ ਲਾਗੂ ਹੋ ਸਕਦਾ। ਹੁਣ ਤੁਸੀਂ ਰਾਜਾਂ ਨੂੰ ਅਧਿਕਾਰ ਦੇਣ ਦੀ ਗੱਲ ਕਰਦੇ ਹੋ, ਇਹਦਾ ਮਤਲਬ ਕਾਨੂੰਨ ਰੱਦ ਕਰੋ, ਵਾਪਸ ਲਓ, ਗੱਲ ਖਤਮ। ਇੱਕੇ ਗੱਲ ਨੂੰ ਮਰੋੜਾ ਦੇ ਕੇ ਤੁਸੀਂ ਚਲਾਕੀ ਨਾਲ ਹੋਰ ਤਰ੍ਹਾਂ ਪੇਸ਼ ਕਰਨਾ ਵੀ ਫੇਰ ਕੀ ਰੌਲਾ ਰਹਿ ਜਾਂਦਾ। ਜੇ ਤੁਸੀਂ ਰਾਜਾਂ ਨੂੰ ਇਹ ਦੇਣਾ ਕਾਨੂੰਨ ਖਤਮ ਕਰੋ, ਗੱਲ ਖਤਮ, ਰੌਲਾ ਤਾਂ ਮੁੱਕੂ ਨਾ। ਪਰ ਮਾਲੀ ਸਾਹਿਬ ਇੱਥੇ ਇਹ ਵੀ ਗੱਲ ਹੈ ਨਾ, ਕਈ ਇਹ ਗੱਲ ਕਹਿੰਦੇ ਨੇ ਕਿ ਇਹ ਲੜਾਈ ਜਿਹੜੀ ਉਹ ਸਿਆਸੀ ਹੈ। ਰਾਜਨੀਤਿਕ ਪਾਰਟੀਆਂ, ਜਿਵੇਂ ਆਪਾਂ ਜੇ ਪੰਜਾਬ ਦੀ ਗੱਲ ਕਰ ਲਈਏ, ਜਦੋਂ ਗੱਲ ਖੁਦ ਮੁਖਤਿਆਰੀ ਦੀ ਆਂਦੀ ਹੈ ਤਾਂ ਇਹ ਇਸ ਚੀਜ਼ ਨੂੰ ਲੈ ਕੇ ਝੰਡਾ ਕਿਉਂ ਨਹੀਂ ਬੁਲੰਦ ਕਰਦੇ? ਕਿਸਾਨ ਤਾਂ ਚਲੋ ਆਪਣੇ ਮਸਲੇ ਨੂੰ ਲੈ ਕੇ ਉਹ ਨਜਿੱਠ ਹੀ ਰਹੇ ਨੇ ਕਿ ਸੂਬਿਆਂ ਦੇ ਅਧਿਕਾਰ ਖੇਤਰ ਦੇ ਵਿੱਚ ਕੇਂਦਰ ਜਿਹੜਾ ਉਹ ਦਖਲਅੰਦਾਜ਼ੀ ਨਹੀਂ ਕਰ ਸਕਦਾ, ਪਰ ਜਦੋਂ ਸੂਬੇ ਦੇ ਵਿੱਚ ਸਰਕਾਰਾਂ ਬਣੀਆਂ ਹੋਈਆਂ, ਉਹ ਸਰਕਾਰਾਂ ਕਿਉਂ ਨਹੀਂ ਜਾ ਕੇ ਇਹਨਾਂ ਨਾਲ ਮੱਥਾ ਲਾਉਂਦੀਆਂ? ਕਿਉਂ ਜਾਂ ਪਿਛਲੀਆਂ ਸਰਕਾਰਾਂ ਵੀ ਜਿਸ ਤਰ੍ਹਾਂ ਦੀ ਉਹਨਾਂ ਦੀ ਕਾਰਗੁਜ਼ਾਰੀ ਰਹੀ, ਜਾਂ ਹੁਣ ਦੀ ਸਰਕਾਰ ਜਿਹੜੀ ਹੈ ਕੈਪਟਨ ਸਾਹਿਬ ਦੀ, ਉਹ ਕਿਉਂ ਨਹੀਂ ਜਾ ਕੇ ਉੱਥੇ ਉਹਨਾਂ ਨਾਲ ਮੱਥਾ ਲਾਉਂਦੇ? ਨਹੀਂ, ਇਹ ਤੁਹਾਡੀ ਗੱਲ ਬਿਲਕੁਲ ਠੀਕ ਆ। ਕਿਸਾਨ ਅੰਦੋਲਨ ਨੇ ਜਿਵੇਂ ਮਸਲਾ ਉਭਾਰਿਆ, ਉਹਨੇ ਇਹ ਵੀ ਦੱਸ ਦਿੱਤਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਸਾਰੀਆਂ, ਇਹਨਾਂ ਦੀ ਖਸਲਤ ਤੇ ਰਾਹ ਇੱਕ ਆ। ਇਹ ਸਾਰੀਆਂ ਨੇ ਸਾਂਝੇ ਤੌਰ ਤੇ ਹੁਣ ਤੱਕ ਫੈਡਰਲ ਢਾਂਚੇ ਨੂੰ ਮਿਸਿਆ, ਫੈਡਰਲ ਅੰਸ਼ਾਂ ਨੂੰ ਮਿਸਿਆ, ਅਧਿਕਾਰ ਖੋਹੇ ਨੇ ਤੇ ਇੱਕ ਦੂਜੇ ਦੀ ਪੈੜ 'ਚ ਪੈੜ ਧਰਦੀਆਂ। ਇਸੇ ਕਰਕੇ ਸਿਆਸੀ ਪਾਰਟੀਆਂ ਲੜਾਈ ਨਹੀਂ ਦੇ ਸਕੀਆਂ ਮੋਦੀ ਦੇ ਖਿਲਾਫ। ਹੁਣ ਜਦੋਂ ਫੈਡਰਲ ਢਾਂਚੇ ਦਾ ਮੁੱਦਾ ਉੱਭਰਿਆ ਆ, ਰਾਜਾਂ ਦੇ ਅਧਿਕਾਰਾਂ ਦਾ ਮੁੱਦਾ ਉੱਭਰਿਆ ਆ, ਹੁਣ ਵੀ ਇਹ ਤੋਂ ਟਾਲਾ ਵੱਟਦੀਆਂ, ਇਹਦੇ ਬਾਰੇ ਪੋਜੀਸ਼ਨ ਨਹੀਂ ਲੈਂਦੀਆਂ। ਕੈਪਟਨ ਨੇ ਚਲੋ ਰਸਮੀ ਤੌਰ ਤੇ ਮਤਾ ਪਾਤਾ ਵੀ ਟੋਟਲ ਫੈਡਰਲ ਢਾਂਚਾ ਇੱਕ ਵੱਡੀ ਗੱਲ ਆ, ਰਾਜਾਂ ਦੇ ਫੈਡਰਲ ਹੱਕ ਇੱਕ ਵੱਡੀ ਗੱਲ ਆ, ਪਰ ਸਿਰਫ ਇੱਕ ਖੇਤੀ ਖੇਤਰ 'ਚ ਜਿਹੜੇ ਫੈਡਰਲ ਹੱਕ ਆ ਉਹਨੂੰ ਕੈਪਟਨ ਨੇ ਚੁਣੌਤੀ ਦਿੱਤੀ ਆ, ਤੇ ਇਹਨਾਂ ਖਾਤਰ ਇਹਨਾਂ ਨੂੰ ਸਿਆਸੀ ਲੜਾਈ ਲੜਨੀ ਚਾਹੀਦੀ ਆ। ਬਿਲਕੁਲ ਤੁਹਾਡੀ ਗੱਲ ਦਰੁਸਤ ਆ। ਇਹਦੇ ਵਿੱਚੋਂ ਕਿਉਂਕਿ ਇਹਨਾਂ ਦੀ, ਜਦੋਂ ਮੋਦੀ ਕਹਿੰਦਾ ਇਹੀ ਸਾਰਾ ਕੁਝ ਤੁਸੀਂ ਕਰਨਾ ਸੀ, ਇਹ ਵੀ ਇਹੀ ਸਾਰਾ ਤੁਹਾਡੀਆਂ ਮੈਨੀਫੈਸਟੋ ਦੇ ਵਿੱਚ ਸੀ, ਇਸੇ ਕਰਕੇ ਇਹਨਾਂ ਨੂੰ ਕਿਸੇ ਨੂੰ ਕੈਬਨਿਟ ਦੇ ਵਿੱਚ ਨਹੀਂ ਇਹ ਮਸਲੇ ਸਮਝ ਆਏ, ਕਿਸੇ ਨੂੰ ਵਿਧਾਨ ਸਭਾ ਦੇ ਵਿੱਚ ਨਹੀਂ ਸਮਝ ਆਏ, ਕਿਉਂਕਿ ਫੈਡਰਲ ਢਾਂਚੇ ਬਾਰੇ, ਭਾਰਤ ਦੇ ਸੰਵਿਧਾਨ ਬਾਰੇ ਇਹਨਾਂ ਦੀ ਸੋਚ ਤੇ ਪਹੁੰਚ ਗਲਤ ਆ। ਇਹਨਾਂ ਦੀ ਵੀ ਇਹੀ ਸੋਚ ਆ ਜਿਹੜੀ ਇੱਕ ਦੇਸ਼ ਇੱਕ ਭਾਸ਼ਾ ਵਾਲੀਆਂ ਗੱਲਾਂ ਹੋ ਰਹੀਆਂ ਨੇ। GST ਸਾਰਿਆਂ ਨੇ ਸਰਬਸੰਮਤੀ ਨਾਲ ਮੰਨ ਲਿਆ, ਇੱਕ ਦੇਸ਼ ਇੱਕ ਰਾਸ਼ਨ ਕਾਰਡ ਮੰਨ ਲਿਆ, ਇੱਕ ਦੇਸ਼ ਇੱਕ ਭਾਸ਼ਾ ਤੇ ਬਾਹਲਾ ਬੋਲੇ। ਸੋ ਇਸ ਕਰਕੇ ਸਿਆਸੀ ਪਾਰਟੀਆਂ ਉਸੇ ਰਾਹ ਦੀਆਂ ਰਾਹੀਆਂ ਨੇ, ਜਿਹਦੇ ਕਰਕੇ ਸਿਆਸੀ ਲੜਾਈ ਲੜਨ ਤੋਂ ਟਲਦੀਆਂ ਨੇ। ਇਹਨਾਂ ਦਾ ਸਿਰਫ ਇੱਕ ਨਿਸ਼ਾਨਾ ਵੀ ਕਿਸਾਨ ਘੋਲ ਦੀ ਹਮਦਰਦੀ ਹਾਸਲ ਕਰਕੇ, ਉਹਦੇ ਆਪਦੇ ਆਪ ਨੂੰ ਹਮੇਤੀ ਕਰਕੇ, ਇਹਦੇ ਨੂੰ ਫਿਰ ਆਪਣੀਆਂ, ਚਾਹੇ ਉਹ 22 ਦੇ ਵਿੱਚ ਨੇ ਚਾਹੇ 24 ਦੇ ਵਿੱਚ ਨੇ, ਉਹਨਾਂ ਵੋਟਾਂ ਦਾ ਖਾਜਾ ਬਣਾਉਣਾ। ਸਿਆਸੀ ਪਾਰਟੀਆਂ ਇਸੇ ਨੀਤੀ ਪੈਂਤੜੇ ਤੇ ਚੱਲ ਰਹੀਆਂ ਨੇ। ਬਿਲਕੁਲ ਉਹੀ ਆਪਣੀ ਸੌੜੀ ਸਿਆਸਤ, ਵੋਟਾਂ ਵਾਲੀ ਧਿਆਨ ਹੈ। ਤੇ ਦੂਜੇ ਪਾਸੇ ਜਿਹੜੇ ਲੋਕ ਹੁਣ ਆਪਾਂ ਦੇਖ ਲੈਂਦੇ ਆ ਕਿ ਜ਼ਿਆਦਾਤਰ ਜਿਹੜੀ ਇੱਕ ਜੰਗ ਸੋਸ਼ਲ ਮੀਡੀਆ ਤੇ ਵੀ ਲੜੀ ਜਾ ਰਹੀ ਹੈ, ਉੱਥੇ ਵੀ ਜਿਹੜਾ ਕਿਤੇ ਨਾ ਕਿਤੇ ਕਿਸਾਨਾਂ ਨੂੰ ਕੋਈ ਸਲਾਹ ਦੇ ਦਿੰਦਾ, ਕੋਈ ਕੇਂਦਰ ਨੂੰ ਸਲਾਹ ਦੇ ਦਿੰਦਾ ਵੀ ਇਸ ਤਰ੍ਹਾਂ ਕਰ ਲਓ। ਹੁਣ ਕਈ ਲੋਕ ਇਹ ਗੱਲ ਕਹਿੰਦੇ ਨੇ ਕਿ ਵਿੱਚ ਵਿਚਾਲੇ ਵਾਲੀ ਗੱਲ ਹੋ ਜੇ, ਕੁਝ ਮੰਗਾਂ ਮੰਨ ਲਓ ਤੇ ਕੁਝ ਮਨਵਾ ਲਓ। ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਨਾਲ ਜਿਹੜਾ ਮਸਲਾ ਹੱਲ ਹੋ ਜਾਏਗਾ? ਕੁਝ ਮੰਨ ਲਈਏ ਤੇ ਕੁਝ ਮਨਵਾ ਲਈਏ, ਕਿਤੇ ਇਹ ਨਾ ਹੋਵੇ ਕਿ ਸਾਰਾ ਕੁਝ ਉੱਥੇ ਦਾ ਉੱਥੇ ਰਹਿ ਜੇ। ਨਹੀਂ, ਪਹਿਲੀ ਗੱਲ ਤੇ ਹੈ ਵੀ ਕੁਝ ਮੰਗਾਂ ਮੰਨ ਲਓ, ਕੁਝ ਨਾ ਮੰਗ ਲਓ, ਇਹ ਤਾਂ ਗੱਲੇ ਨਹੀਂ। ਮੰਗੇ ਇੱਕ ਆ ਉਹਨਾਂ ਦੀ ਸਭ ਤੋਂ ਵੱਡੀ, ਵੀ ਤਿੰਨੇ ਖੇਤੀ ਕਾਨੂੰਨ ਰੱਦ ਕਰੋ। ਜਿਹੜੇ ਦੋ ਕਾਨੂੰਨ ਇਹ ਕਹਿੰਦੇ ਨੇ ਅਸੀਂ ਮੰਨ ਲਏ ਜੀ, ਉਹ ਬਿਜਲੀ ਵਾਲਾ ਤੇ ਪਰਾਲੀ ਵਾਲਾ, ਉਹਦੇ ਬਾਰੇ ਕੋਈ ਰਸਮੀ ਦਿਖਾਇਆ ਵੀ ਨਹੀਂ ਇਹਨਾਂ ਨੂੰ ਫੈਸਲਾ। ਉਹ ਤਾਂ ਅਸਲ ਚ ਕਿਸਾਨ ਯੂਨੀਅਨ ਦੀਆਂ ਮੰਗਾਂ ਹੈ ਹੀ ਨਹੀਂ ਸੀ, ਉਹ ਤਾਂ ਹੁਣ ਤੱਕ ਨਹੀਂ ਉਹਦੇ ਬਾਰੇ ਕਲੀਅਰ ਹੈ। ਖੇਤੀ ਬਿੱਲ ਰੱਦ ਕਰੋ। ਦੂਜੀ ਮੰਗ ਇਹ ਆ MSP ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਲਾਗੂ ਕਰੋ। ਦੋ ਮੰਗਾਂ ਨੇ। ਹੁਣ ਦੋ ਇੱਕ ਤੁਸੀਂ ਨਾਲ ਟੁੱਲੂ ਜਿਹਾ ਲਾਇਆ ਹੋਇਆ ਸੀ, ਉਹ ਕਹਿ ਕੇ ਅਸੀਂ ਮੰਨ ਲਈਆਂ, ਪ੍ਰਚਾਰ ਕਰਤਾ, ਤੇ ਇਹ ਕਹਿੰਦਾ ਅੱਧੀਆਂ ਮੰਨ ਲਈਆਂ। ਅੱਧੀਆਂ ਇਹ ਥੋੜਾ ਹੁੰਦੀਆਂ ਜੀ ਵੀ ਦੋ ਮੰਨ ਲਈਆਂ ਦੋ ਰਹਿ ਗਈਆਂ। ਅਸਲ ਗੱਲ ਛੱਡ ਕੇ ਤੁਸੀਂ ਹੁਣ ਕਹਿ ਦਿਓ ਕਿਸਾਨ ਯੂਨੀਅਨਾਂ 5-7 ਮੰਗਾਂ ਹੋਰ ਜੋੜ ਲੈਣ, ਹਰਿਆਣੇ ਦੇ ਕੇਸ ਵਾਪਸ ਲਓ ਜੀ, ਪੰਜਾਬ ਦੇ ਕੇਸ ਵਾਪਸ ਲਓ ਜੀ, ਆਹ ਕੇਸ ਵਾਪਸ ਲਓ ਜੀ, ਉਹ 7-8 ਹੋ ਜਾਣ, ਉਹ 5-6 ਹੋਰ ਮੰਨ ਕੇ ਕਹਿ ਦੇਣ ਆਹ 5 ਹੋਰ ਮੰਨ ਲਈਆਂ ਜੀ, ਹੁਣ ਤਾਂ ਦੋ ਹੀ ਰਹਿ ਗਈਆਂ। ਇੱਕ ਹੁੰਦੀ ਆ ਬੁਨਿਆਦੀ ਮੰਗ, ਅਸਲ ਮੰਗ। ਇੱਕ ਉਸ ਲੜਾਈ ਦੇ ਦੌਰਾਨ ਕਈ ਮੰਗਾਂ ਪੈਦਾ ਹੋ ਜਾਂਦੀਆਂ ਨੇ ਜਾਂ ਜੁੜ ਜਾਂਦੀਆਂ ਨੇ, ਉਹ ਸਹਾਇਕ ਨਾਲ ਹੁੰਦੀਆਂ ਨੇ। ਸੋ ਇਸ ਕਰਕੇ ਜਿਹੜਾ ਆਟੇ ਨਾਲ ਪੜੇਥਣ ਇਹਨਾਂ ਨੇ ਲਾਇਆ ਸੀ ਉਹ ਲੈ ਗਿਆ, ਆਟਾ ਤਾਂ ਉੱਥੇ ਹੀ ਖੜਾ ਨਾਲ ਦੀ ਨਾਲ। ਸੋ ਇਸ ਕਰਕੇ ਕੁਛ ਮੰਨ ਲਓ ਕੁਛ ਨਾ ਮੰਨ ਲਓ ਵਾਲੀ ਗੱਲ ਤਾਂ ਇੱਥੇ ਹੈ ਹੀ ਨਹੀਂ। ਬਿਲਕੁਲ। ਇੱਕ ਹੋਰ ਇਹ ਵੀ ਕਿਹਾ ਜਾਂਦਾ ਹੈ ਕਿ ਕਹਿੰਦੇ ਇਹ ਵੀ ਕਹਿ ਲਓ ਕਿ ਪੰਜਾਬ ਤੇ ਹਰਿਆਣੇ ਤੱਕ, ਜਿਵੇਂ ਹੁਣ ਕੇਂਦਰ ਵੀ ਕੋਸ਼ਿਸ਼ ਕਰ ਰਿਹਾ ਕਿ ਇਹਨੂੰ ਇੱਕ ਸੀਮਤ ਕਰ ਦਿੱਤਾ ਜਾਵੇ, ਇੱਕ ਦਾਇਰੇ 'ਚ ਰੱਖ ਦਿੱਤਾ ਜਾਵੇ ਕਿ ਇਹ ਮਸਲਾ ਜਿਹੜਾ ਉਹ ਸਿੱਖਾਂ ਦਾ ਹੈ। ਤਾਂ ਹੀ ਕਦੇ ਨਾ ਕਦੇ ਕਿਸੇ ਨੂੰ ਵਿਚੋਲੀਆ ਪਾਇਆ, ਜਿਵੇਂ ਅਕਸਰ ਗੱਲ ਜਿਹੜੀ ਉਹ ਕਰਨੀ ਬਣਦੀ ਹੈ ਕਿ ਬਾਬਾ ਲੱਖਾ ਸਿੰਘ ਨੂੰ ਵਿੱਚ ਪਾਇਆ ਗਿਆ ਜਾਂ ਜਥੇਦਾਰ ਸਾਹਿਬ ਦਾ ਨਾਮ ਵਿੱਚ ਆਇਆ। ਫੋਕਸ ਕਰ ਦਿੱਤਾ ਜਾਏ ਕਿ ਸਿਰਫ ਇਹ ਸਿੱਖਾਂ ਦਾ ਅੰਦੋਲਨ ਹੈ। ਤਾਂ ਹੀ ਕਦੇ ਉਹ ਖਾਲਿਸਤਾਨੀ ਕਹਿ ਦਿੱਤਾ ਜਾਂਦਾ, ਕਦੇ ਵੱਖਵਾਦੀ ਉਹਨਾਂ ਨੂੰ, ਜਿਵੇਂ ਵੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ
ਟਰਬਨ ਨਕਸਲਵਾਦ ਵੀ ਕਹਿ ਦਿੱਤਾ ਜਾਂਦਾ ਆ। ਮਤਲਬ ਇੱਕ ਪਾਸੇ ਇੱਕ ਪਾਸੜ ਕਰਨ ਦੀ ਜਿਹੜੀ ਚਾਲ ਹੈ ਉਹ ਵੀ ਸਰਕਾਰ ਚੱਲ ਰਹੀ ਹੈ। ਤੁਸੀਂ ਇਸ ਸਭ ਨੂੰ ਕਿੱਦਾਂ ਦੇਖਦੇ ਹੋ ਕਿ ਇਸ ਦੇ ਨਾਲ ਜਿਹੜਾ ਉਹ ਮਸਲੇ ਦਾ ਹੱਲ ਹੋ ਜਾਏਗਾ? ਕਿਉਂਕਿ ਲੋਕ ਕਈ ਇਹ ਵੀ ਕਹਿ ਦਿੰਦੇ ਨੇ ਕਿ ਇਹ ਭਾਰਤ ਦੇ ਜਿਹੜੇ ਕਿਸਾਨਾਂ ਨੇ ਉਹਨਾਂ ਦਾ ਕੋਈ ਵੱਡਾ ਹੁੰਗਾਰਾ ਜਿਹੜਾ ਉਧਰਲੇ ਪਾਸਿਓਂ ਨਹੀਂ ਆ ਰਿਹਾ, ਸਿਰਫ ਪੰਜਾਬ ਤੇ ਹਰਿਆਣੇ ਦੇ ਕਿਸਾਨ ਹੀ ਇਹਨਾਂ ਦਾ ਹੀ ਜਿਹੜਾ ਉਹ ਆਰਥਿਕ ਤੌਰ ਦੇ ਉੱਤੇ ਵੀ ਇਹਨਾਂ ਦਾ ਹੀ ਪੈਸਾ ਜਿਹੜਾ ਬਾਹਰਲੇ ਮੁਲਕਾਂ ਚੋਂ ਆ ਰਿਹਾ ਜਾਂ ਫੰਡਿੰਗ ਹੋ ਰਹੀ ਹੈ, ਉਹਨਾਂ ਦਾ ਹੀ ਸਾਰਾ ਸਰਮਾਇਆ ਖਰਚ ਹੋ ਰਿਹਾ, ਉਹੀ ਜਾ ਕੇ ਉੱਥੇ ਮੱਥਾ ਲਾ ਕੇ ਬੈਠੇ ਨੇ ਤੇ ਕੇਂਦਰ ਨੂੰ ਵੀ ਫਿਕਰ ਸਿਰਫ ਪੰਜਾਬ ਤੇ ਹਰਿਆਣੇ ਦੀ ਹੈ ਸਿਰਫ। ਨਹੀਂ, ਇਹਦੇ ਵਿੱਚ ਇਸ ਤਰ੍ਹਾਂ ਗੱਲ ਨਾ ਜੀ, ਇਹ ਤਾਂ ਗੱਲ ਠੀਕ ਆ ਵੀ ਪੰਜਾਬ ਦੇ ਵਿੱਚੋਂ ਇਹ ਘੋਲ ਉੱਠਿਆ, ਪਰ ਇਹ ਜਿਹੜੇ ਸਾਰੇ ਤਰਕ ਨੇ ਫੇਲ ਹੋ ਚੁੱਕੇ ਨੇ। ਹੁਣ ਤੁਸੀਂ ਹਰਿਆਣੇ ਦੇ ਵਿੱਚ ਦੇਖੋ ਵੀ ਲੋਕ ਕਿੰਨਾ ਜ਼ਬਰਦਸਤ ਇਹਦਾ ਵਿਰੋਧ ਕਰ ਰਹੇ ਨੇ। ਜਿਹੜਾ ਕਹਿੰਦੇ ਸੀ ਦੇਖੋ ਜੀ ਹਰਿਆਣੇ 'ਚ ਕੋਈ ਗੱਲ ਨਹੀਂ ਹੋ ਰਿਹਾ, ਮੁੱਖ ਮੰਤਰੀ ਦੀ ਅੱਜ ਰੈਲੀ ਨਹੀਂ ਹੋਣ ਦਿੱਤੀ, ਉਹਦਾ ਹੈਲੀਪੈਡ ਨਹੀਂ ਉੱਥੇ ਉਤਰਨ ਦਿੱਤਾ। ਇਸ ਕਰਕੇ ਜੇ ਕਿਸੇ ਅੰਦੋਲਨ ਦੀ ਕਿਸੇ ਥਾਂ ਤੇ ਤਿੱਖ ਘੱਟ ਆ, ਕਿਤੇ ਥਾਂ ਤੇ ਰੋਹ ਘੱਟ ਵੱਧਾ, ਇਹ ਤਾਂ ਉਸ ਅੰਦੋਲਨ ਦੇ ਉਸ ਕਾਨੂੰਨ ਦੇ ਸਹੀ ਜਾਂ ਗਲਤ ਹੋਣ ਦਾ ਕੋਈ ਪੈਮਾਨਾ ਨਹੀਂ ਨਾ ਜੋ ਹੋ ਸਕਦਾ। ਬਿਲਕੁਲ ਠੀਕ ਆ, ਜਿਵੇਂ ਖੇਤੀ ਅੱਡੋ ਅੱਡ ਆ, ਖੇਤੀ ਦੀਆਂ ਸਮੱਸਿਆਵਾਂ ਅੱਡੋ ਅੱਡ ਨੇ, ਇੱਕ ਦੇਸ਼ ਇੱਕ ਖੇਤੀ ਇੱਕ ਕਾਨੂੰਨ ਨਹੀਂ ਹੈਗਾ, ਉਸੇ ਤਰ੍ਹਾਂ ਕਿਸਾਨ ਅੰਦੋਲਨ ਦੀ ਜਿਹੜਾ ਆਵਾਰ ਆ ਤੇ ਤੇਜ ਆ, ਇਹ ਚ ਵਖਰੇਵਾ ਹੈ ਜ਼ਰੂਰ, ਪਰ ਲਗਭਗ ਸਾਰੇ ਦੇਸ਼ ਦੇ ਵਿੱਚ ਹੀ ਹੁੰਗਾਰਾ ਮਿਲ ਰਿਹਾ ਹੈ। ਤੇ ਇਹ ਵੀ ਕਿਉਂਕਿ ਜਿਹੜੇ ਲੋਕਾਂ ਨੂੰ ਚਲੋ ਹਾਲੇ ਇਹਦਾ ਅਹਿਸਾਸ ਨਹੀਂ ਜਾਂ ਪਤਾ ਨਹੀਂ ਕੀ ਨੁਕਸਾਨ ਹੋਊ, ਉਹਨਾਂ ਨੂੰ ਤੁਸੀਂ ਇਸ ਅੰਦੋਲਨ ਦੇ ਖਿਲਾਫ ਕਿਵੇਂ ਵਰਤ ਸਕਦੇ ਹੋ ਜੀ? ਇਸ ਕਰਕੇ ਜਦੋਂ ਇਹ ਸਾਰੇ ਦੇਸ਼ ਖਾਤਰ ਕਾਨੂੰਨ ਬਣਾਇਆ ਤਾਂ ਇਹਨੂੰ ਦੇਸ਼ ਦੇ ਕਾਨੂੰਨ ਵਜੋਂ ਲੈਣਾ ਚਾਹੀਦਾ। ਇਹ ਗੱਲ ਤੁਹਾਡੀ ਠੀਕ ਆ। ਹੁਣ ਮੁੜ ਕੇ ਫੇਰ ਭਾਰਤੀ ਜਨਤਾ ਪਾਰਟੀ ਉਸੇ ਪੈਂਤੜੇ ਤੇ ਆ ਗਈ ਕਿ ਕਿਉਂਕਿ ਇਹਦੇ ਪਿੱਛੇ ਜਿਹੜੀ ਸਪਿਰਿਟ ਆ ਨਾ ਜੀ, ਉਹ ਪੰਜਾਬ ਦੇ ਜਿਹਨੂੰ ਆਪਾਂ ਕਹਿੰਦੇ ਸਿੱਖੀ ਦੀ ਸਪਿਰਿਟ ਕਹਿ ਲਓ, ਪੰਜਾਬੀਅਤ ਦੀ ਸਪਿਰਿਟ ਕਹਿ ਲਓ, ਉਹ ਜਾਗੀ ਆ। ਉਹ ਹਰਿਆਣੇ ਦੇ ਵਿੱਚ ਵੀ ਜਾਗੀ ਆ, ਆਲੇ ਦੁਆਲੇ ਵੀ ਜਾਗੀ ਆ, ਤੇ ਦੇਸ਼ ਨੇ ਪ੍ਰਵਾਨ ਵੀ ਕੀਤਾ ਵੀ ਪੰਜਾਬ ਮੋਹਰੀ ਸੂਬਾ, ਤੇ ਦੇਸ਼ ਦੀਆਂ ਕਿਸਾਨ ਯੂਨੀਅਨਾਂ ਨੇ ਪੰਜਾਬ ਦੀਆਂ ਜਥੇਬੰਦੀਆਂ ਨੂੰ ਮੁੱਖ ਤੌਰ ਤੇ ਅਧਿਕਾਰ ਵੀ ਦਿੱਤਾ ਵੀ ਤੁਸੀਂ ਇਹ ਅੱਗੇ ਲੱਗ ਕੇ ਤੁਰਿਓ, ਤੁਸੀਂ ਫੈਸਲਾ ਕਰੋ ਜੋ ਤੁਸੀਂ ਕਰਨਾ। ਇਸੇ ਕਰਕੇ ਉਹਨਾਂ ਨੇ ਜਿਹੜਾ MSP ਤੇ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਆ, ਇਹ ਤੇ ਇੰਨਾ ਪਹਿਲਾਂ ਜ਼ੋਰ ਨਹੀਂ ਸੀ, ਇਹ ਤੇ ਹੁਣ ਇਸੇ ਕਰਕੇ ਬਰਾਬਰ ਦਾ ਜ਼ੋਰ ਦਿੱਤਾ ਜਾ ਰਿਹਾ ਕਿਉਂਕਿ ਦੇਸ਼ ਦੇ ਵਿੱਚੋਂ ਇਸ ਕਾਨੂੰਨ ਦੀ ਜ਼ਿਆਦਾ ਮੰਗ ਆ। ਬਿਲਕੁਲ ਉੱਥੇ ਤਾਂ ਲਾਗੂ ਹੀ ਨਹੀਂ ਹੋਈ ਨਾ MSP। ਸੋ ਇਸ ਕਰਕੇ ਹੁਣ ਇਹ ਇਕੱਲਾ ਇਹ ਨਹੀਂ, ਅੰਦੋਲਨ ਦੇ ਅੰਦਰ ਵੀ ਕਈ ਧਿਰਾਈਆਂ ਨੇ ਜਿਹੜੀਆਂ ਮੁੜ ਕੇ ਇਹਨੂੰ ਸਿੱਖ ਮੁੱਦਾ ਬਣਾਉਣ ਨੂੰ ਫਿਰਦੀਆਂ ਨੇ। ਉਹ ਇਹੋ ਜਿਹੇ ਬਿਆਨ ਜਾਰੀ ਕਰਦੀਆਂ ਨੇ ਸਾਡਾ ਤਾਂ ਪਾਤਸ਼ਾਹੀ ਦਾਵਾ ਜੀ, ਤੇ ਇਹ ਜਿਹੜਾ ਅੰਦੋਲਨ ਦੀਆਂ ਗੱਲਾਂ ਨੇ ਤਾਂ ਛੋਟੀਆਂ ਨੇ, ਇਹ ਸਰਕਾਰ ਮੰਨ ਵੀ ਲਵੇ ਸਾਡਾ ਤਾਂ ਫੇਰ ਵੱਡੀ ਲੜਾਈ ਆ। ਤੁਸੀਂ ਇਸ ਅੰਦੋਲਨ ਤੇ ਆਪਦਾ ਪ੍ਰਵਚਨ ਲੱਦਣ ਦੀ ਕੋਸ਼ਿਸ਼ ਨਾ ਕਰੋ। ਤੁਸੀਂ ਉੱਥੇ ਅੰਦੋਲਨ 'ਚ ਜਾਓ, ਉਹ ਅੰਦੋਲਨ 'ਚ ਕੀ ਦੀ ਬਾਕੀ ਸੂਬਿਆਂ ਦੇ ਵਿੱਚ ਵੀ ਬੋਲੋ ਸੋ ਨਿਹਾਲ ਤੇ ਸਤਿ ਸ੍ਰੀ ਅਕਾਲ ਦੇ ਜਕਾਰੇ ਗੂੰਜ ਰਹੇ ਨੇ, ਪਰ ਇਹਨੂੰ ਤੁਸੀਂ ਇੱਕੋ ਨੈਰੇਟਿਵ ਆ ਜਿਹੜਾ ਸਿੱਖ ਸੰਘਰਸ਼ ਲਈ ਕਹਿ ਲਈਏ ਆਪਾਂ, ਜਾਂ ਖਾਲਿਸਤਾਨ ਲਈ ਕਹਿ ਲਈਏ, ਜਾਂ ਵੱਖਰੇ ਸੂਬੇ ਲਈ ਕਹਿ ਲਈਏ, ਉਹਨੂੰ ਤੁਸੀਂ ਜੋ ਮਰਜ਼ੀ ਨਾਂ, ਉਹ ਨੈਰੇਟਿਵ ਤੁਸੀਂ ਇਹ ਤੇ ਜੇ ਲੱਦੋਗੇ, ਲੱਦਣ ਦੀ ਕੋਸ਼ਿਸ਼ ਕਰੋਗੇ, ਉਹ ਪੁੱਠੇ ਪਾਸੇ ਤੋਂ ਲੱਗੂ ਤਾਂ ਹੈ ਵੀ ਅਸਲ ਲੜਾਕੇ ਆ ਯੋਧੇ ਨਹੀਂ ਜੀ, ਜਿਹੜੇ ਆਰ ਪਾਰ ਦੀ ਲੜਾਈ ਆ, ਪਰ ਉਹ ਭੁਗਤ ਰਿਹਾ ਸੈਂਟਰ ਦੇ ਹੱਕ 'ਚ। ਇਸ ਕਰਕੇ ਇਸ ਅੰਦੋਲਨ ਨੂੰ ਹੁਣ ਸਿੱਖ ਅੰਦੋਲਨ ਕਹਿਣਾ ਇਹ ਆਪਣੇ ਆਪ 'ਚ ਇੱਕ ਬੇਤੁਕਾ ਵੀ ਬਣਦਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜੀ ਇਹਨਾਂ ਨੇ ਚਾਲ ਚੱਲੀ ਸੀ, ਇੱਕ ਡੇਰਾਵਾਦ ਜਿਹੜਾ RSS ਨੇ ਬ੍ਰਾਹਮਣਵਾਦ ਨੇ ਇੱਥੇ ਪੈਦਾ ਕੀਤਾ ਹੋਇਆ, ਉਹਦੇ ਇੱਕ ਮੁਖੀ ਨੂੰ ਲਿਆ ਕੇ ਵੀ ਅਸੀਂ ਉਹਨੂੰ ਵਿਚੋਲਗੀ ਦੇ ਵਿੱਚ ਪਾਈਏ ਤਾਂ ਕਿ ਲੋਕਾਂ 'ਚ ਸੁਨੇਹਾ ਇਹ ਜਾਵੇ ਵੀ ਇਹ ਸਿੱਖਾਂ ਦਾ ਸੰਘਰਸ਼ ਆ, ਇੱਕ ਸਿੱਖ ਸੰਤ ਆ ਜਿਹੜਾ ਉਹ ਇਹਦੇ ਵਿੱਚ ਵਿਚੋਲਗੀ ਕਰ ਰਿਹਾ। ਉਹਦੀ ਗੱਲ ਕਿਸੇ ਨੇ ਨਹੀਂ ਸੁਣੀ। ਤੇ ਵੱਡੀ ਗੱਲ ਇਹ ਆ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪਹਿਲਾਂ ਵੀ ਕਿਹਾ ਸੀ, ਦੂਜੀ ਵਾਰ ਸਪਸ਼ਟ ਕਰਤਾ ਕਿ ਇਹ ਸਿੱਖ ਧਰਮ ਦਾ ਮਾਮਲਾ ਨਹੀਂ, ਸਿੱਖ ਮਰਿਆਦਾ ਦਾ ਮਾਮਲਾ ਨਹੀਂ, ਕੋਈ ਸਿੱਖ ਸਿਧਾਂਤ ਤੇ ਠੇਸ ਦਾ ਮਾਮਲਾ ਨਹੀਂ, ਇਹ ਕਾਨੂੰਨ ਦੇ ਖਿਲਾਫ ਇਨਸਾਫ ਦੀ ਲੜਾਈ ਆ, ਇਹ ਦੇਸ਼ ਦੇ ਕਿਸਾਨਾਂ ਦਾ ਮਾਮਲਾ। ਇਹਦੇ ਵਿੱਚ ਕਿਸੇ ਸਿੱਖ ਸੰਸਥਾ ਨੂੰ ਜਾਂ ਅਕਾਲ ਤਖਤ ਨੂੰ ਇਹਦੇ ਵਿੱਚ ਆਉਣ ਦੀ ਕੋਈ ਲੋੜ ਨਹੀਂ। ਇਹ ਲੋਕਾਂ ਦਾ, ਕਿਸਾਨਾਂ ਦਾ, ਕੇਂਦਰ ਸਰਕਾਰ ਨਾਲ ਲੜਾਈ ਆ, ਉਹਨਾਂ ਨੂੰ ਫੈਸਲਾ ਕਰਨਾ ਚਾਹੀਦਾ ਇਹਦੇ ਵਿੱਚ। ਤੇ ਉਹਨਾਂ ਨੇ ਕਿਹਾ ਕਿ ਇਸ ਅੰਦੋਲਨ ਦੀ ਖਾਲਸਾ ਪੰਥ ਪਹਿਲਾਂ ਵੀ ਹਮਾਇਤ ਕਰ ਰਿਹਾ, ਹੁਣ ਵੀ ਇਹਦੀ ਡਟਵੀਂ ਹਮਾਇਤ ਕਰਨੀ ਚਾਹੀਦੀ ਆ, ਤੇ ਕੇਂਦਰ ਸਰਕਾਰ ਨੂੰ ਸਦਬੁੱਧੀ ਬਖਸ਼ੇ ਪ੍ਰਮਾਤਮਾ, ਉਹਨਾਂ ਨੂੰ ਇਹ ਮਸਲਾ ਛੇਤੀ ਹੱਲ ਕਰਨਾ ਚਾਹੀਦਾ। ਅਕਾਲ ਤਖਤ ਦੇ ਜਥੇਦਾਰ ਨੇ ਜਿਹੜੀਆਂ ਬਾਹਰੋਂ ਤੇ ਅੰਦਰੋਂ ਇਸ ਘੋਲ ਦੇ ਵਿੱਚੋਂ ਛੱਡੀਆਂ ਜਾ ਰਹੀਆਂ ਸੀ ਨਾ ਜੀ ਚਕਚੁੰਦਰਾਂ, ਉਹਨਾਂ ਨੂੰ ਇੱਕ ਵਾਰ ਰੋਕ ਲਾਈ ਹੈ।
ਬਿਲਕੁਲ ਬਿਲकुल। ਅੱਛਾ, ਦੂਜੇ ਪਾਸੇ ਜਿਵੇਂ ਆਪਾਂ ਸ਼ੰਭੂ ਮੋਰਚੇ ਵਾਲੀ ਧਿਰ ਦੇ ਉੱਤੇ ਤੁਸੀਂ ਅਕਸਰ ਜਿਹੜਾ ਕਮੈਂਟ ਕਰਦੇ ਹੋ, ਉਹਨੂੰ ਕਿਦਾਂ ਦੇਖਦੇ ਹੋ? ਉਹ ਚਿੱਠੀ ਦਾ ਕੋਈ ਅਸਰ ਹੋਇਆ ਜਿਹੜੀ ਦੀਪ ਸਿੱਧੂ ਨੇ ਲਿਖੀ ਸੀਗੀ? ਤੇ ਉਹ ਚਿੱਠੀ ਦਾ ਮਤਲਬ ਕੀ ਸੀਗਾ? ਕਿ ਉਹਨਾਂ ਦੀ ਜਿਹੜੀਆਂ ਉਹ ਵੀਡੀਓਜ਼ ਜਿਹੜੀਆਂ ਜਾਰੀ ਕਰਦੇ ਸੀ ਉਹਦਾ ਮਤਲਬ ਕਿ ਕੋਈ ਅਸਰ ਨਹੀਂ ਸੀ ਹੋ ਰਿਹਾ? ਉਹ ਵੀਡੀਓ ਦੇ ਵਿੱਚ ਇੰਨਾ ਦਮ ਨਹੀਂ ਸੀ, ਉਹਨਾਂ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਕੇ ਕਰ ਦਿੰਦੇ ਸੀ ਕਿ ਕਿਸਾਨ ਜਥੇਬੰਦੀਆਂ ਇਹ ਕੁਝ ਕਰ ਰਹੀਆਂ, ਹਾਰ ਕੇ ਫਿਰ ਕਿਸਾਨ ਜਥੇਬੰਦੀਆਂ ਨੂੰ ਕਹਿਣਾ ਪਿਆ ਕਿ ਦੀਪ ਸਿੱਧੂ ਜਿਹੜੇ ਨੇ ਉਹ ਜਿਵੇਂ ਲਗਾਤਾਰ ਕਹਿੰਦੇ ਨੇ ਕਿ ਆਰਐਸਐਸ ਦੀ ਸ਼ਹਿਦ ਦੇ ਉੱਤੇ ਸਾਰਾ ਕੁਝ ਕਰ ਰਹੇ ਨੇ, ਪਰ ਹੁਣ ਇੱਕ ਚਿੱਠੀ ਜਾਰੀ ਕਰਨਾ, ਕੀ ਇਹ ਵੀ ਕੋਈ ਇਹੋ ਜਿਹਾ ਐਕਸ਼ਨ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਇਹੋ ਜਿਹਾ ਮਤਲਬ ਕਿ ਸਿਨੈਰੀਓ ਜਿਵੇਂ ਉਹ ਕਹਿੰਦੇ ਨੇ ਕਿ ਘੜ ਕੇ ਖੜਾ ਕਰ ਦੇਣਾ ਕਿ ਦੀਪ ਸਿੱਧੂ ਤਾਂ ਬੜੇ ਤਰਲੇ ਕਰਦਾ ਸੀ ਜੀ, ਉਹਨੂੰ ਅੱਗੇ ਨਹੀਂ ਆਣ ਦਿੱਤਾ? ਇਹ ਅਸਲ ਦੇ ਵਿੱਚ ਨਾ ਜੀ ਜਿਹੜਾ ਸ਼ੰਭੂ ਮੋਰਚਾ ਲਾਇਆ ਗਿਆ ਸੀ, ਇਹ ਲਾਏ ਇੱਕ ਪ੍ਰੈਸ਼ਰ ਗਰੁੱਪ ਵਜੋਂ ਲਾਇਆ ਗਿਆ ਸੀ ਤਾਂ ਕਿ ਇਸ ਅੰਦੋਲਨ ਨੂੰ ਵੀ ਪ੍ਰਭਾਵਿਤ ਕੀਤਾ ਜਾ ਸਕੇ ਤੇ ਇਸ ਅੰਦੋਲਨ ਚੋਂ ਇੱਕ ਸਿਆਸਤ ਨਿਕਲੇ, ਇੱਕ ਸਿਆਸੀ ਪਾਰਟੀ ਨਿਕਲੇ। ਤੁਸੀਂ ਸ਼ੰਭੂ ਮੋਰਚੇ ਦੇ ਵਿੱਚ ਜਦੋਂ ਦੀਪ ਸਿੱਧੂ ਨੇ ਜੋ ਕਾਰਵਾਈਆਂ ਕੀਤੀਆਂ, ਸੱਦੇ ਦਿੱਤੇ ਨੇ, ਉਹਨੇ ਕਿਹਾ ਕਿ ਨਾ ਜੇ 3 ਖੇਤੀ ਕਾਨੂੰਨਾਂ ਦੀ ਲੜਾਈ ਹੁੰਦੀ, ਐਮਐਸਪੀ ਦੀ ਲੜਾਈ ਹੁੰਦੀ, ਮੈਂ ਤਾਂ ਮੋਰਚੇ ਚ ਆਉਣਾ ਹੀ ਨਹੀਂ ਸੀ, ਕਿਉਂਕਿ ਹੋਂਦ ਦੀ ਲੜਾਈ ਆ, ਮੈਂ ਤਾਂ ਇਸ ਮੋਰਚੇ ਚ ਆਇਆ। ਉਹਦੇ ਆਧਾਰ ਤੇ ਫਿਰ ਉਹ ਉੱਥੇ ਗਏ, ਉੱਥੇ ਜਾ ਕੇ ਉਹਨਾਂ ਨੇ ਉਹੀ ਆਪਣਾ ਪ੍ਰਵਚਨ ਜਾਰੀ ਰੱਖਿਆ, ਜਿਹਦੇ ਵਿੱਚ ਉਹ ਲੋਕਾਂ ਦੇ ਵਿੱਚੋਂ ਲਗਾਤਾਰ ਨਖੇੜੇ ਦੀ ਹਾਲਤ ਦੇ ਵਿੱਚ ਜਾਂਦੇ ਰਹੇ। ਪਹਿਲਾਂ ਉਹ ਧਮਕੀਆਂ ਦਿੰਦੇ ਰਹੇ ਵੀ ਸਟੇਜ ਕਿਸੇ ਦੇ ਬਾਪ ਦੀ ਨਹੀਂ, ਲੋਕਾਂ ਦੀ ਸਟੇਜ ਆ, ਹੁਣ ਇਹ ਲੋਕਾਂ ਦਾ ਅੰਦੋਲਨ ਆ, ਹੁਣ ਇਹ ਲੀਡਰਾਂ ਦਾ ਲੀਡਰਸ਼ਿਪ ਨੂੰ ਨਕਾਰਨ ਲਈ ਉਹਨਾਂ ਨੇ ਉਹ ਸਾਰਾ ਪ੍ਰਵਚਨ ਸਿਰਜਿਆ। ਤੇ ਜਦੋਂ ਉਹ ਪ੍ਰਵਚਨ ਆ ਜਿਹੜਾ ਉਹ ਨਾਕਾਮ ਹੋ ਗਿਆ, ਉਹ ਧਮਕੀਆਂ ਨਾਕਾਮ ਹੋ ਗਈਆਂ, ਤਾਂ ਇੱਕ ਹਵਾ 'ਚ ਸਿਰਜੀ ਹੋਈ ਧਿਰਾ, ਇੱਕ ਹਵਾ 'ਚ ਸਿਰਜੀ ਹੋਈ ਧਿਰਾ ਜਿਹਦੀ ਨਾ ਕੋਈ ਜਥੇਬੰਦੀ ਆ, ਨਾ ਕੋਈ ਵਜੂਦ ਆ, ਨਾ ਜਥੇਬੰਦਕ ਢਾਂਚਾ, ਇੱਕ ਪ੍ਰੈਸ਼ਰ ਗਰੁੱਪ ਆ। ਹੁਣ ਉਹ ਇੱਕ ਬਰਾਬਰ ਦੇ ਗਰੁੱਪ ਵਜੋਂ ਨੁਮਾਇੰਦਗੀ ਮੰਨਣ ਲਈ ਯਤਨ ਕਰ ਰਿਹਾ ਸੀ, ਜਿਹਦੇ ਬਾਰੇ ਰਾਜੇਵਾਲ ਸਾਹਿਬ ਨੂੰ ਵੀ ਕਹਿਣਾ ਪਿਆ ਵੀ ਕੁਝ ਲੋਕ ਨੇ ਜਿਹੜੇ ਧਮਕੀਆਂ ਦਿੰਦੇ ਨੇ ਸਾਨੂੰ, ਕੁਝ ਲੋਕ ਉਹ ਨੇ ਜਿਹੜੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ। ਉਹਨਾਂ ਨੇ ਵਿਦੇਸ਼ਾਂ ਦਾ ਵੀ ਨਾਂ ਲਿਆ ਵੀ ਦੇਸ਼ ਤੇ ਵਿਦੇਸ਼ ਦੇ ਵਿੱਚੋਂ ਇਹਨਾਂ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ, ਉਹਨਾਂ ਨੂੰ ਵੀ ਕਹਿਣਾ ਪਿਆ। ਸੋ ਦੀਪ ਸਿੱਧੂ ਹੁਣ ਇੱਕ ਹਾਰੀ ਹੋਈ ਲੜਾਈ ਲੜ ਰਿਹਾ। ਜਿਹੜਾ ਉਹਦਾ ਸਿਧਾਂਤਕ ਤੇ ਸਿਆਸੀ ਪੈਂਤੜਾ ਸੀ ਅੰਦੋਲਨ ਬਾਰੇ, ਜਿਹੜੇ ਉਹਦੀ ਪਹੁੰਚ ਸੀ ਅੰਦੋਲਨ ਬਾਰੇ, ਜਿਹੜੇ ਦੀ ਪਹੁੰਚ ਸੀ ਲੀਡਰਸ਼ਿਪ ਨੂੰ ਨਕਾਰਨ ਲਈ ਸ਼ੰਕੇ ਪੈਦਾ ਕਰਨ ਵਾਲੀ, ਉਹ ਅਮਲੀ ਤੌਰ ਤੇ ਦੂਰ ਹੋ ਗਈ, ਕਿਉਂਕਿ ਲੀਡਰਸ਼ਿਪ ਨੇ ਇੰਨਾ ਸਖਤ ਸਟੈਂਡ ਲੈ ਲਿਆ। ਇਹਦੇ ਵਿੱਚੋਂ ਹੁਣ ਉਹਦਾ ਇਹ ਆਖਰੀ ਦਾਅ ਸੀ ਵੀ ਅਗਲਾ ਕਹੂ ਹੁਣ ਤਾਂ ਨਿਮਾਣਾ ਜੀ, ਇਹਨੂੰ ਗੱਲਬਾਤ ਸ਼ਾਮਲ ਕਰ ਲਓ। ਉਹ ਕਹਿੰਦਾ ਸਟੇਜ ਦੀ ਤਾਂ ਕੋਈ ਗੱਲ ਨਹੀਂ, ਮੈਨੂੰ ਗੱਲਬਾਤ ਸ਼ਾਮਲ ਕਰੋ, ਮੇਰੇ ਕੋਲੇ ਆਈਡੀਏ ਨੇ, ਜਿੰਨੇ ਆਈਡੀਏ ਤੂੰ ਹੁਣ ਤੱਕ ਦਿੱਤੇ ਆ ਉਹ ਫਲਾਪ ਹੋਇਆ, ਉਹ ਨਾਕਾਮ ਸਾਬਤ ਹੋਇਆ, ਅੱਗੇ ਚੱਲੇ ਨਹੀਂ। ਤੇ ਜਿਹੜੀ ਗੱਲ ਤੂੰ ਕਹਿੰਦਾ ਸੀ ਪਹਿਲਾਂ ਵੀ ਸੌਦਾ ਮੰਨ ਲਓ ਆਪਾਂ ਚੱਲੀਏ, ਤੇਰਾ ਆਈਡੀਆ ਤਾਂ ਇਹ ਸੀ ਬੇਸਿਕ ਵੀ ਵੱਡਾ ਘੋਲਾ, ਵੱਡੀ ਲੜਾਈ ਲੜਨੀ ਆ, ਸੌਦਾ ਮੰਨ ਕੇ ਚੱਲੋ। ਹੁਣ ਉਹ ਕਹਿੰਦਾ ਮੇਰੇ ਕੋਲੇ ਨਵੇਂ ਆਈਡੀਏ ਨੇ ਵੀ ਇਹ ਘੋਲ ਨੂੰ ਜਿੱਤਿਆ ਕਿਵੇਂ ਜਾਊ, ਇਹ ਆਰ ਪਾਰ ਦੀ ਲੜਾਈ ਕਿਵੇਂ ਬਣੂ। ਜਿਹੜਾ ਕਹਿੰਦਾ ਸੀ ਜੀ ਕਮਿਊਨਿਸਟਾਂ ਨੇ ਟਕਰਾਅ ਪੈਦਾ ਕਰਨਾ, ਇੱਥੇ ਖੂਨ ਡੋਲਣਾ, ਉਹਦੇ ਵਿੱਚੋਂ ਸਿਆਸਤ ਕੱਢਣਗੇ, ਹੁਣ ਉਹ ਸ਼ਹੀਦ ਦੀ ਗਾਨੇ ਬੰਨੀ ਫਿਰਦਾ। ਸੋ ਇਸ ਕਰਕੇ ਦੀਪ ਸਿੱਧੂ ਆ ਜਿਹੜਾ, ਜਾਂ ਉਹਦਾ ਥਿੰਕ ਟੈਂਕ ਆ, ਉਹਦਾ ਜਿਹੜਾ ਪੈਂਤੜਾ ਸੀ ਇਸ ਘੋਲ ਬਾਰੇ ਬੁਰੀ ਤਰ੍ਹਾਂ ਫਲਾਪ ਹੋ ਚੁੱਕਿਆ। ਉਹਦਾ ਹੁਣ ਕੋਈ ਉਸ ਪੱਖੋਂ ਕੋਈ ਅਸਰ ਨਹੀਂ। ਅੱਜ ਉਹਨਾਂ ਨੇ ਆਪਣੇ ਹੱਕ 'ਚ ਇੱਕ ਨਿਹੰਗ ਸਿੰਘ ਦੀ ਵੀਡੀਓ ਪਾਈ ਆ। ਨਿਹੰਗ ਸਿੰਘ ਨੇ ਆਪਦੀ ਬੋਲੀ 'ਚ ਕਿਹਾ ਤੁਸੀਂ ਸਮਝ ਜੋ ਦੀਪ ਸਿੱਧੂ ਵਿਚਾਰਾ ਇੰਨਾ ਕੁਝ ਛੱਡ ਕੇ ਆਇਆ, ਕੱਲ ਨੂੰ ਕੋਈ ਹੋਰ ਵੱਡਾ ਛੱਡ ਕੇ ਆ ਜਾਏ ਜੀ। ਇਹ ਕੀ ਗਰੰਟੀ ਆ ਵੀ ਇੰਨਾ ਕੁਝ ਛੱਡ ਕੇ ਆਇਆ? ਉਹ ਸਾਡੇ ਤੇ ਸਾਨ ਕੀਤਾ ਉਹਨੇ ਜੋ ਛੱਡ ਕੇ ਆਇਆ। ਉਹ 'ਚ ਧਮਕੀਆਂ ਦਵਾਈਆਂ ਗਈਆਂ ਨੇ ਕਿਸਾਨਾਂ ਨੂੰ। ਸੋ ਇਹਨਾਂ ਦੀਆਂ ਹੋਛੇ ਹੱਥਕੰਡਿਆਂ ਤੇ ਉਹ ਹੁਣ ਉਤਰੇ ਹੋਏ ਨੇ। ਮੈਨੂੰ ਨਹੀਂ ਲੱਗਦਾ ਕੋਈ ਉਹਨਾਂ ਦੀ ਇਸ ਅੰਦੋਲਨ ਦੇ ਵਿੱਚ ਹੁਣ ਕੋਈ ਛਾਪ ਆ। ਹਾਂ, ਪ੍ਰੋਬਲਮ ਕ੍ਰੀਏਟਰ ਉਹ ਹੈਗੀ ਸੀ ਸ਼ੁਰੂ ਤੋਂ, ਉਹੀ ਜੀ ਕੋਈ ਹੋਰ ਘੜਤਾ ਜਿਹੜੀ ਉਹ ਘੜ ਸਕਦੇ ਨੇ। ਬਿਲਕੁਲ ਬਿਲਕੁਲ। ਇਹ ਚਰਚਾਵਾਂ ਇੱਕ ਮੈਂ ਦਰਸ਼ਕਾਂ ਨੂੰ ਦੱਸ ਦਾਂਗੇ ਇਸ ਲਈ ਕਰ ਰਿਹਾ ਕਿਉਂਕਿ ਇਹ ਕਿਸਾਨੀ ਅੰਦੋਲਨ ਦੇ ਵਿਚਾਲੇ ਕਈ ਇਹੋ ਜਿਹੇ ਪੱਖ ਹੁੰਦੇ ਨੇ ਜਿਨ੍ਹਾਂ ਤੇ ਸੁਚੇਤ ਰਹਿਣ ਦੀ ਲੋੜ ਹੈ ਪਹਿਲਾਂ ਤੋਂ ਹੀ। ਜਿਵੇਂ ਹੁਣ ਜੇ ਕੋਈ ਕਹਿੰਦਾ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਸਰਕਾਰ ਜਿਹੜੀ ਉਹ ਇਸ ਤਰ੍ਹਾਂ ਦੀ ਚਾਲ ਚੱਲ ਸਕਦੀ ਹੈ, ਕੋਈ ਕਹਿੰਦਾ ਗੋਲੀ ਚਲਾ ਸਕਦੀ ਹੈ, ਤਾਂ ਜਿਹੜੇ ਕਿਸਾਨ ਨੇ ਜਾਂ ਉੱਥੇ ਬੈਠੇ ਨੇ ਲੋਕ, ਉਹ ਸੁਚੇਤ ਹੋਣੇ ਜਿਹੜੇ ਉਹ ਜ਼ਰੂਰੀ ਨੇ, ਸੁਚੇਤ ਹੋ ਜਾਣ। ਦੂਜੀ ਆਖਰੀ ਮੇਰਾ ਸਵਾਲ ਹੈ, ਇਹ ਵੀ ਮੇਰੇ ਜ਼ਿਹਨ ਵਿੱਚ ਕਿੰਨੇ ਚਿਰ ਜੀ, ਇੱਕ ਗੱਲ ਮੈਂ ਥੋੜੀ ਜਿਹੀ ਪੂਰੀ ਕਰ ਲਾਂ ਜੀ। ਜੀ 3 ਸੈਂਟਰ ਸੀ ਪੋਟੈਂਸ਼ੀਅਲ ਜਿੱਥੋਂ ਪ੍ਰੋਬਲਮ ਕ੍ਰੀਏਟ ਹੋ ਸਕਦੀ ਸੀ। ਇੱਕ ਦੀਪ ਸਿੱਧੂ, ਇੱਕ ਨਿਹੰਗ, ਇੱਕ ਲੱਖਾ ਸਿਧਾਣਾ। ਲੱਖਾ ਸਿਧਾਣਾ ਸਹੀ ਰਾਹ ਤੇ ਆ ਗਿਆ। ਦੀਪ ਸਿੱਧੂ ਕੈਂਪ ਨੇ ਕੋਸ਼ਿਸ਼ ਕੀਤੀ ਲੱਖੇ ਸਿਧਾਣੇ ਦੀ ਢਾਲ ਵਰਤਣ ਦੀ। ਹਾਲਾਂਕਿ ਲੱਖਾ ਸਿਧਾਣਾ ਸਟੇਜਾਂ ਤੇ ਵੀ ਬੋਲਦਾ, ਉਹ ਕਹੀ ਜਾਂਦੇ ਨੇ ਉਹਨੂੰ ਨਹੀਂ ਬੋਲਣ ਦੇ ਰਹੇ। ਹੁਣ ਲੱਖੇ ਸਿਧਾਣੇ ਨੇ ਸਪਸ਼ਟ ਬਿਆਨੀ ਕਿਹਾ, ਉਹਨੇ ਵੀਡੀਓ ਪਾ ਕੇ ਕਿਹਾ ਕਿ ਜਿਹੜੇ ਲੋਕ ਇਸ ਅੰਦੋਲਨ 'ਚ ਸਿੱਖਾਂ ਤੇ ਕਾਮਰੇਡਾਂ ਦਾ ਮਸਲਾ ਉਭਾ ਰਹੇ ਨੇ, ਉਹ ਬੜੀ ਖਤਰਨਾਕ ਖੇਡ ਖੇਡ ਰਹੇ ਨੇ, ਉਹਨਾਂ ਤੋਂ ਬਚਣਾ ਚਾਹੀਦਾ। ਤੇ ਦੀਪ ਸਿੱਧੂ ਦਾ ਕੈਂਪ ਗੱਲੇ ਹਾਰ ਰਿਹਾ। ਸੋ ਲੱਖੇ ਵਾਲਾ ਮਸਲਾ ਲਗਭਗ ਹੱਲ ਹੋ ਗਿਆ। ਉਹਨੇ ਮੁੜ ਕੇ ਆਪਣੀ ਸੁਲਾਹ ਵੀ ਕੀਤੀ ਹੈ ਤੇ ਬੋਲਿਆ ਵੀ ਆ। ਟਰੈਕਟਰ ਮਾਰਚ ਬਾਰੇ ਉਹਨੇ ਕਿਹਾ ਵੀ ਇਹਦੀ ਧੱਕਾ ਇਹਨੇ ਦਿੱਲੀ ਹਿਲਾਤੀ, ਤੇ ਦੀਪ ਸਿੱਧੂ ਕਹਿ ਰਿਹਾ ਪ੍ਰਭਾਵਹੀਣ ਰਿਹਾ ਜੀ, ਇਹਦਾ ਕੋਈ ਅਸਰ ਨਹੀਂ ਰਿਹਾ। ਸੋ ਇਸ ਕਰਕੇ ਮਸਲੇ ਕਿਸਾਨ ਯੂਨੀਅਨ ਜਾਂ ਅੰਦੋਲਨ
ਜਾਂ ਲੋਕਾਂ ਦਾ ਦਬਾਅ, ਜਿਹੜਾ ਉਹ ਕਹਿੰਦੇ ਸੀ ਨਾ ਲੋਕਾਂ ਦਾ ਦਬਾਅ ਲੀਡਰਸ਼ਿਪ ਤੇ ਆ, ਹੁਣ ਲੋਕਾਂ ਦਾ ਦਬਾਅ ਦੀਪ ਸਿੱਧੂ ਤੇ ਲੱਖੇ 'ਚ ਇੰਨਾ ਵੱਧ ਗਿਆ ਵੀ ਤੁਸੀਂ ਇਹ ਚਵਰੀਕੀਆਂ ਦੀਆਂ ਗੱਲਾਂ ਛੱਡੋ, ਸਿੱਧੇ ਰਾਹ ਪਾਓ। ਇਹ ਬੜੀ ਹੱਕੀ ਗੱਲ ਆ ਅੰਦੋਲਨ ਲਈ। ਬਿਲਕੁਲ ਬਿਲਕੁਲ ਬਿਲकुल। ਮਾਲੀ ਸਾਹਿਬ, ਇੱਕ ਮੇਰਾ ਆਖਰੀ ਸਵਾਲ ਹੈ, ਹੁਣ ਜਿਹੜਾ ਉਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਲੋਕ ਜਿਹੜਾ ਉਹਦੇ ਉੱਤੇ ਇੱਕ ਕਮੈਂਟ ਲਾਉਂਦੇ ਨੇ, ਕਿਸੇ ਨਾ ਕਿਸੇ ਨੂੰ ਟੈਗ ਦੇਣ ਦੇ ਲਈ, ਭਾਵੇਂ ਕਿਸੇ ਨੂੰ ਗੱਦਾਰ ਕਹਿ ਦੇਣ, ਭਾਵੇਂ ਕਿਸੇ ਨੂੰ ਫਕਰੇ ਕੌਮ ਕਹਿ ਦੇਣ, ਉਹ ਲੋਕਾਂ ਤੇ ਡਿਪੈਂਡ ਕਰਦਾ ਜਿਵੇਂ ਲੋਕਾਂ ਨੂੰ ਚੰਗਾ ਲੱਗਦਾ। ਦੂਜੇ ਪਾਸੇ ਜੇਕਰ ਆਪਾਂ ਕਿਸੇ ਦੇ ਖਿਲਾਫ ਕੋਈ ਗੱਲਬਾਤ ਕਰਦੇ ਆ, ਕੋਈ ਚੀਜ਼ ਨੂੰ ਮਤਲਬ ਕਿ ਵਿਚਾਰਧਾਰਾ ਹਰ ਕੋਈ ਆਪਣੀ ਰੱਖ ਸਕਦਾ ਹੈ, ਵਿਚਾਰ ਰੱਖਣ ਦਾ ਹਰ ਇੱਕ ਨੂੰ ਹੱਕ ਹੈ, ਪਰ ਇੱਕ ਗੈਂਗ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ, ਜਿਵੇਂ ਇਹਨਾਂ ਨੇ ਕਿਹਾ ਕਿ ਅਸੀਂ ਗੋਦੀ ਮੀਡੀਆ ਨੂੰ ਜਾਂ ਬੀਜੇਪੀ ਦੇ ਆਈਟੀ ਸੈੱਲ ਨੂੰ ਮਾਤ ਦੇ ਕੇ ਅਸੀਂ ਆਪਣਾ ਆਈਟੀ ਸੈੱਲ ਖੜਾ ਕੀਤਾ, ਕੁਝ ਲੋਕ ਇਹੋ ਜਿਹੇ ਆਈਟੀ ਸੈੱਲ ਦੇ ਵਿੱਚ ਉਹਦੀ ਦੁਰਵਰਤੋਂ ਕਰਕੇ ਜਾਂ ਉੱਥੋਂ ਵੀ ਬਿਆਨਬਾਜ਼ੀ ਜਿਹੜੀ ਕਿਤੇ ਨਾ ਕਿਤੇ ਕਮੈਂਟਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ। ਜਿਵੇਂ ਮੰਨ ਲਓ ਕਿ ਤੁਸੀਂ ਦੀਪ ਸਿੱਧੂ ਬਾਰੇ ਕੁਝ ਕਹਿਤਾ ਤਾਂ ਜਿਹੜੀ ਉਹ ਕਮੈਂਟਾਂ ਦੀ ਜਿਹੜੀ ਆ ਉਹ ਝੜੀ ਲਾ ਦਿੰਦੇ ਨੇ, ਕੋਈ ਗਾਲਾਂ ਕੱਢ ਰਿਹਾ, ਕੋਈ ਕੁਝ ਕਹਿ ਰਿਹਾ। ਜੇ ਹੁਣ ਕਿਸੇ ਦੇ ਪੱਖ ਦੀ ਗੱਲ ਉਹਨਾਂ ਨੂੰ ਨਹੀਂ ਚੰਗੀ ਲੱਗਦੀ, ਜਿਹਦੀ ਚੰਗੀ ਲੱਗਦੀ ਹੈ ਉਹ ਤਾਂ ਸ਼ੇਅਰ ਕਰ ਦਿੰਦੇ ਨੇ। ਇਹਨਾਂ ਚੀਜ਼ਾਂ ਤੇ ਵੀ ਜਿਹੜਾ ਕਿਸਾਨਾਂ ਨੂੰ ਧਿਆਨ ਰੱਖਣਾ ਚਾਹੀਦਾ, ਜਿਹੜੀਆਂ ਕਿਸਾਨ ਜਥੇਬੰਦੀਆਂ ਅੱਗੇ ਲੱਗੀਆਂ ਕਿ ਆਈਟੀ ਸੈੱਲ ਨੂੰ ਵੀ ਇਹੋ ਜਿਹੇ ਦਿਸ਼ਾ ਨਿਰਦੇਸ਼ ਦੇਣ ਕਿ ਜੇ ਜਵਾਬ ਦੇਣਾ ਹੈ ਤਾਂ ਉਸ ਨੂੰ ਲੈ ਕੇ ਵੀ ਜਿਹੜਾ ਕਿਤੇ ਨਾ ਕਿਤੇ ਸਰਲ ਵਿਚਾਰ ਹੋਣਾ ਚਾਹੀਦਾ ਹਰ ਮਸਲੇ ਤੇ। ਤੁਹਾਡੀ ਇਹ ਗੱਲ ਬਹੁਤ ਵਧੀਆ ਤੇ ਬਹੁਤ ਮਹੱਤਵਪੂਰਨ ਹੈ ਜੀ, ਕਿਉਂਕਿ ਆਈਟੀ ਸੈੱਲ ਸਾਰੀਆਂ ਪਾਰਟੀਆਂ ਦੇ ਨੇ, ਸਾਰੀਆਂ ਕਿਸਾਨ ਅੰਦੋਲਨ ਨੇ ਵੀ ਬਣਾਏ ਨੇ। ਕਿਸਾਨ ਅੰਦੋਲਨ ਦਾ ਜਿਹੜਾ ਆਈਟੀ ਸੈੱਲ ਆ ਉਹਦਾ ਦੂਜਿਆਂ ਨਾਲੋਂ ਵੱਖਰੇਵਾਂ ਦਿਖਣਾ ਚਾਹੀਦਾ, ਉਹਦੇ ਵਿੱਚ ਸੰਵਾਦ ਆ ਜਿਹੜਾ ਉਹਨੂੰ ਤਰਜੀਹ ਦੇਣੀ ਚਾਹੀਦੀ ਆ। ਦੂਜੀ ਗੱਲ ਇਹ, ਕਿਉਂਕਿ ਕਈ ਤਾਂ ਉਹ ਨੇ ਜਿਹੜੇ ਰਸਮੀ ਤੌਰ ਤੇ ਕਿਸਾਨ ਅੰਦੋਲਨ ਦੀ ਨਿਗਰਾਨੀ ਹੇਠ ਨੇ, ਕਈ ਉਹ ਸੈੱਲ ਨੇ ਜਿਹੜੇ ਕਿਸਾਨ ਅੰਦੋਲਨ, ਕਿਸਾਨ ਮੋਰਚੇ ਦੇ ਨਾਂ ਤੇ ਨੇ, ਪਰ ਉਹਨਾਂ ਦੀ ਜ਼ਿੰਮੇਵਾਰੀ ਇਸ ਕਿਸਾਨ ਅੰਦੋਲਨ ਜਾਂ ਕਿਸਾਨ ਲੀਡਰਸ਼ਿਪ ਦੀ ਨਹੀਂ ਹੈ। ਉਹਨਾਂ ਨੂੰ ਇਹ ਨਹੀਂ ਮੰਨਿਆ ਜਾਣਾ ਚਾਹੀਦਾ ਵੀ ਉਹ ਆਵਾਜ਼ ਆ ਜਿਹੜੀ ਕਿਸਾਨ ਅੰਦੋਲਨ ਦੀ ਆਵਾਜ਼ ਆ। ਕਿਸਾਨ ਯੂਨੀਅਨਾਂ ਨੇ ਬਹੁਤ ਸਪਸ਼ਟ ਕੀਤਾ, ਜੋ ਅਸੀਂ ਪ੍ਰੈਸ ਕਾਨਫਰੰਸ 'ਚ ਗੱਲ ਕਰਦੇ ਹਾਂ, ਸਾਂਝੇ ਤੌਰ ਤੇ ਗੱਲ ਕਰਦੇ ਆ, ਉਹ ਸਾਡੇ ਵਿਚਾਰ ਨੇ, ਕਿਉਂਕਿ ਅੱਡ ਅੱਡ ਵਿਚਾਰਾਂ ਵਾਲੀਆਂ ਧਿਰਾਂ ਇਕੱਠੀਆਂ ਹੋਈਆਂ। ਪਿਛਲੇ ਸਮੇਂ 'ਚ ਇਹਨਾਂ ਦਾ ਆਪਸ 'ਚ ਟਕਰਾਅ ਵੀ ਰਿਹਾ, ਹੁਣ ਇਹਨਾਂ ਦਾ ਪੁਰਾਣਾ ਟਕਰਾਅ ਹਾਰਨ ਦੀ ਵੀ ਇੱਕ ਗੱਲ ਚੱਲੀ ਹੋਈ ਆ। ਦੂਜੀ ਗੱਲ ਤੁਹਾਡੀ ਬਿਲਕੁਲ, ਮੈਂ ਤਾਂ ਇਸ ਦਾ ਸ਼ਿਕਾਰ ਆ ਜੀ, ਜਿੱਦਾਂ ਦਾ ਮੈਂ ਦੀਪ ਸਿੱਧੂ ਤੇ ਆਲੋਚਨਾ ਕਰਨ ਲੱਗਿਆ, ਮਤਲਬ ਤੁਸੀਂ ਦੇਖੋ ਫੇਕ ਆਈਡੀ ਦੇ ਇੱਕ ਹੜ ਆਇਆ, ਜਿਹੜੇ ਗਾਲਾਂ ਕੱਢਦੇ ਨੇ, ਕਿਸੇ ਗੱਲ ਦਾ ਜਵਾਬ ਨਹੀਂ ਦਿੰਦੇ ਤੇ ਫਿਰ ਕਹਿੰਦੇ ਨੇ ਤੇਰੀ ਗੱਲ ਸਹੀ ਆ ਜਾਂ ਗਲਤ। ਕਮੈਂਟ ਦੇਖ ਤੇਰੇ ਖਿਲਾਫ ਕਿੰਨੇ ਨੇ, ਕਮੈਂਟ ਦਾ ਤੁਹਾਨੂੰ ਪਤਾ ਝੜੀ ਲਾ ਦਿੰਦੇ ਨੇ। ਤੁਸੀਂ ਇਹ ਦੇਖੋ 5 ਦਿਨਾਂ ਦੇ ਵਿੱਚ ਦੀਪ ਸਿੱਧੂ ਦੇ ਫਾਲੋਅਰ ਤੇ ਉਹਦੇ ਸ਼ੇਅਰ 10 ਗੁਣਾ ਵੱਧ ਗਏ, ਲੱਖਾਂ 'ਚ ਚਲੇ ਗਏ। ਇਹਦਾ ਮਤਲਬ ਕੋਈ ਵੱਡਾ ਆਈਟੀ ਸੈੱਲ ਆਪਰੇਟ ਕਰਨ ਲੱਗ ਗਿਆ ਉੱਥੇ ਇਸ ਗੱਲ ਦੇ ਵਿੱਚ। ਸੋ ਕਿਸਾਨ ਜਥੇਬੰਦੀਆਂ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਤੇ ਜਿਹੜੇ ਬੰਦੇ ਕਿਸਾਨ ਅੰਦੋਲਨ ਦੀ ਹਮਾਇਤ ਦਾ ਦਾਅਵਾ ਕਰਦੇ ਨੇ ਉਹਨਾਂ ਨੂੰ ਵੀ ਅਪੀਲ ਆ ਕਿ ਉਹ ਆਪਣੇ ਵਿਚਾਰ, ਆਪਣੀ ਲੜਾਈ ਕਿਸਾਨ ਅੰਦੋਲਨ ਦੇ ਮੁੱਦੇ ਤੱਕ ਸੀਮਿਤ ਰੱਖਣ। ਬਿਲਕੁਲ ਪਿਛੋਕੜ ਕੀ ਆ, ਪਿੱਛੇ ਕਿਹਦਾ ਕੀ ਰੋਲ ਰਿਹਾ, ਉਹਨਾਂ ਗੱਲਾਂ ਤੋਂ ਬਚਣ। ਕਿਉਂ ਕੇਂਦਰ ਸਰਕਾਰ ਦੀ ਯੁੱਧ ਨੀਤੀ ਇਹ ਆ, ਇਹਨਾਂ ਦੇ ਵਿੱਚ ਵੱਧ ਤੋਂ ਵੱਧ ਮਤਭੇਦ, ਜਿਹੜੀ ਸਾਂਝ ਆ ਉਹਨੂੰ ਨਖੇੜੋ, ਵੱਖਰੇਵੇਂ ਨੂੰ ਵਧਾਓ। ਤੇ ਸਾਡਾ ਅਸੂਲ ਇਹ ਹੋਣਾ ਚਾਹੀਦਾ ਜੋ ਬਾਬਾ ਨਾਨਕ ਨੇ ਕਿਹਾ, ਕਿਉਂਕਿ ਜਦੋਂ ਅਸੀਂ ਕਹਿੰਦੇ ਸਾਂਝਾ ਅੰਦੋਲਨ ਆ, ਲੋਕਾਂ ਦਾ ਅੰਦੋਲਨ ਆ, ਨਾ ਕਾਮਰੇਡਾਂ ਦਾ, ਨਾ ਸਿੱਖਾਂ ਦਾ, ਨਾ ਹੁਣ ਪੰਜਾਬੀਆਂ, ਨਾ ਹਰਿਆਣੇ ਦਾ, ਸਭ ਦਾ ਹੁਣ ਸਾਂਝਾ ਅੰਦੋਲਨ ਆ। ਸੋ ਇਹੋ ਜਿਹੇ ਮਾਮਲੇ 'ਚ ਸਾਂਝ ਕਰੀਜੇ ਗੁਣਾ ਕੇਰੀ, ਛੋੜ ਅਵਗਣ ਚੱਲੀਏ। ਇਸ ਅੰਦੋਲਨ ਦੇ ਪ੍ਰਸੰਗ 'ਚ ਲੱਖੇ ਸਿਧਾਣੇ ਨੇ ਵੀ ਇਹੀ ਕਿਹਾ। ਬਾਕੀ ਲੜਾਈਆਂ ਨੇ ਜਿਹੜੀਆਂ ਉਹ ਆਪਾਂ ਇਸ ਅੰਦੋਲਨ ਤੋਂ ਬਾਅਦ, ਇਹਦੀ ਸਫਲਤਾ ਤੋਂ ਬਾਅਦ ਲੜ ਲਾਂਗੇ। ਇਸ ਗੱਲ ਵੱਲ ਬਿਲਕੁਲ ਜ਼ਰੂਰ ਧਿਆਨ ਦੇਣਾ ਚਾਹੀਦਾ। ਬਿਲਕੁਲ ਜਿਵੇਂ ਮੈਂ ਅਖੀਰ ਦੇ ਵਿੱਚ ਦੱਸਦਾ ਕਿ ਕਹਿ ਦਿੱਤਾ ਜਾਂਦਾ ਹੈ ਕਿ ਆਈਟੀ ਸੈੱਲ ਜਿਹੜਾ ਉਹ ਬੀਜੇਪੀ ਦਾ ਜਿਵੇਂ ਮਾਤ ਖਾ ਰਿਹਾ ਹੁਣ, ਜਾਂ ਹੋਰ ਸਿਆਸੀ ਪਾਰਟੀਆਂ ਦਾ, ਜਦੋਂ ਕੋਈ ਫੇਕ ਨਿਊਜ਼ ਇਹੋ ਜਿਹੀ ਵਾਇਰਲ ਕਰ ਦਿੰਦੇ ਨੇ ਤਾਂ ਮੂੰਹ ਦੀ ਖਾਣੀ ਵੀ ਪੈ ਜਾਂਦੀ ਹੈ। ਬੀਜੇਪੀ ਦੇ ਆਈਟੀ ਸੈੱਲ ਦੇ ਮੁਕਾਬਲੇ ਹੁਣ ਜੇ ਕਿਸਾਨਾਂ ਨੇ ਆਈਟੀ ਸੈੱਲ ਆਪਣਾ ਖੜਾ ਕੀਤਾ ਹੈ ਤਾਂ ਇਹਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਕੋਈ ਵੀ ਕੁਝ ਵੀ ਵਿਚਾਰ ਨਸ਼ਰ ਕਰਨ ਤੋਂ ਪਹਿਲਾਂ, ਕਿਸੇ ਦੇ ਉੱਤੇ ਵੀ ਕਮੈਂਟ ਕਰਨ ਤੋਂ ਪਹਿਲਾਂ ਉਹਦੀ ਘੋਖ ਕਰ ਲਈ ਜਾਵੇ, ਕਿਉਂਕਿ ਇੱਕ ਅੱਧੀ ਜਥੇਬੰਦੀ ਨਹੀਂ, 40 ਜਥੇਬੰਦੀਆਂ ਜਾਂ ਹੋਰ ਦੇਸ਼ ਭਰ ਦੀਆਂ ਜਥੇਬੰਦੀਆਂ ਉਹਨਾਂ ਨਾਲ ਜੁੜੀਆਂ ਨੇ। ਸਾਰਿਆਂ ਤੱਕ ਜਿਹੜੀ ਹੈ ਉਹ ਸਹੀ ਵਿਚਾਰਧਾਰਾ ਜਿਹੜੀ ਹੈ ਉਹ ਪਹੁੰਚਣੀ ਚਾਹੀਦੀ ਹੈ। ਇਹ ਨਹੀਂ ਕਿ ਜੇ ਕੋਈ ਕਿਸੇ ਗੱਲ ਤੇ ਕਿੰਤੂ ਕਰਦਾ ਹੈ ਤਾਂ ਤੁਸੀਂ ਉਹਦੇ ਉੱਤੇ ਹਮਲਾਵਰ ਹੋ ਜਾਓ। ਹਰ ਕੋਈ ਇਸ ਗੱਲ ਦਾ ਸ਼ਿਕਾਰ ਹੈ, ਇਸ ਚੀਜ਼ ਦਾ ਵੀ ਧਿਆਨ ਰੱਖਣਾ ਚਾਹੀਦਾ। ਸੋ ਮਾਲੀ ਸਾਹਿਬ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਦੇ ਲਈ। ਧੰਨਵਾਦ ਜੀ। ਸੋ ਸਾਡੇ ਨਾਲ ਮੌਜੂਦ ਸਨ ਸਿਆਸੀ ਮਾਹਰ ਮਾਲਵਿੰਦਰ ਸਿੰਘ ਮਾਲੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਅੱਜ ਕਿਸਾਨਾਂ ਦੀ ਮੀਟਿੰਗ ਹੈ, ਮੀਟਿੰਗ ਤੋਂ ਬਾਅਦ ਜੋ ਕੁਝ ਹੱਲ ਨਿਕਲਦਾ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਕੀ ਕੁਝ ਨਿਕਲ ਕੇ ਆਣਾ ਉਹਦੇ ਉੱਤੇ ਵੀ ਸਭ ਦੀ ਨਜ਼ਰ ਹੈ ਕਿ ਕਿਸ ਤਰ੍ਹਾਂ ਜਿਹੜਾ 15 ਤਰੀਕ ਦੀ ਮੀਟਿੰਗ ਦੇ ਵਿੱਚ ਉਸ ਨੂੰ ਲੈ ਕੇ ਜੋ ਰਣਨੀਤੀ ਘੜੀ ਜਾਣੀ ਹੈ, ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ। ਸਾਰੇ ਇਹੀ ਉਮੀਦ ਰੱਖਦੇ ਨੇ ਕਿ ਮਸਲਾ ਜਲਦ ਤੋਂ ਜਲਦ ਹੱਲ ਹੋਵੇ। ਕੇਂਦਰ ਸਰਕਾਰ ਦੇ ਹੱਥਾਂ ਵਿੱਚ ਹੈ ਕਿ ਹੁਣ ਕਿਸ ਤਰ੍ਹਾਂ ਮਸਲੇ ਦੇ ਨਾਲ ਨਜਿੱਠਣਾ। ਇਜਾਜ਼ਤ ਦਿਓ, ਧੰਨਵਾਦ।